ਉਤਪਤ ਅਧਿਆਇ 19। ਉਪਰੰਤ ਦੋ ਦੂਤ ਸ਼ਾਮ ਨੂੰ ਸਦੂਮ ਨੂੰ ਆਏ ਅਤੇ ਲੂਤ ਸਦੂਮ ਦੀ ਡੇਉੜੀ ਵਿੱਚ ਬੈਠਾ ਹੋਇਆ ਸੀ ਅਤੇ ਲੂਤ ਉਹਨਾਂ ਨੂੰ ਵੇਖ ਕੇ ਮਿਲਣ ਲਈ ਉੱਠਿਆ ਅਤੇ ਉਹਨੇ ਆਪਣਾ ਮੂੰਹ ਧਰਤੀ ਤੀਕ ਝੁਕਾਇਆ। ਉਸਨੇ ਆਖਿਆ, ਵੇਖੋ ਮੇਰੇ ਪ੍ਰਭੂਓ, ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਔਰ ਰਾਤ ਠਹਿਰੋ ਔਰ ਆਪਣੇ ਚਰਨ ਧੋਵੋ ਅਤੇ ਫਿਰ ਤੁਸੀਂ ਤੜਕੇ ਉੱਠ ਕੇ ਆਪਣੇ ਰਾਹ ਪੈ ਜਾਣਾ। ਫਿਰ ਉਹਨਾਂ ਨੇ ਆਖਿਆ, ਨਹੀਂ, ਅਸੀਂ ਚੌਂਕ ਵਿੱਚ ਰਾਤ ਕੱਟਾਂਗੇ। ਜਾਂ ਉਹ ਉਹਨਾਂ ਦੇ ਬਹੁਤ ਹੀ ਕਹਿੜੇ ਪਿਆ ਤਾਂ ਉਹ ਉਸ ਵੱਲ ਮੁੜ ਕੇ ਉਹਦੇ ਘਰ ਗਏ ਔਰ ਉਸਨੇ ਉਹਨਾਂ ਦੀ ਮਹਿਮਾਨੀ ਕੀਤੀ ਅਤੇ ਪਤੀਰੀ ਰੋਟੀ ਪਕਾਈ ਤਾਂ ਉਹਨਾਂ ਨੇ ਖਾਧੀ। ਪਰ ਉਹਨਾਂ ਦੇ ਲੰਮੇ ਪੈਣ ਤੋਂ ਪਹਿਲਾਂ ਸਦੂਮ ਨਗਰ ਦੇ ਮਨੁੱਖਾਂ ਨੇ ਕੀ ਗੱਭਰੂ ਕੀ ਬੁੱਢਾ ਸਭ ਪਾਸਿਓਂ ਉਸ ਘਰ ਨੂੰ ਘੇਰ ਲਿਆ ਅਤੇ ਉਹਨਾਂ ਨੇ ਲੂਤ ਨੂੰ ਹਾਕ ਮਾਰ ਕੇ ਆਖਿਆ ਕਿ ਉਹ ਮਨੁੱਖ ਕਿੱਥੇ ਹਨ ਜੋ ਅੱਜ ਰਾਤ ਤੇਰੇ ਕੋਲ ਆਏ ਹਨ। ਉਹਨਾਂ ਨੂੰ ਸਾਡੇ ਕੋਲ ਬਾਹਰ ਲਿਆ ਤਾਂ ਜੋ ਅਸੀਂ ਉਹਨਾਂ ਨੂੰ ਜਾਣੀਏ। ਤਦ ਲੂਤ ਉਹਨਾਂ ਦੇ ਕੋਲ ਡੇਉੜੀ ਵਿੱਚ ਬਾਹਰ ਗਿਆ ਔਰ ਬੂਹਾ ਆਪਣੇ ਪਿੱਛੋਂ ਪੇੜ ਲਿਆ ਤਾਂ ਉਸਨੇ ਆਖਿਆ, ਮੇਰੇ ਭਰਾਵੋ, ਇਹ ਬੁਰੀਆਈ ਨਾ ਕਰੋ। ਵੇਖੋ ਮੇਰੀਆਂ ਦੋ ਧੀਆਂ ਹਨ ਜਿਨ੍ਹਾਂ ਨੇ ਮਨੁੱਖ ਨੂੰ ਨਹੀਂ ਜਾਣਿਆ ਹੈ। ਮੈਂ ਉਹਨਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ ਤਾਂ ਉਹਨਾਂ ਨਾਲ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਿਵੇਂ ਹੀ ਕਰੋ, ਪਰ ਇਹਨਾਂ ਮਨੁੱਖਾਂ ਨਾਲ ਕੁਝ ਨਾ ਕਰੋ, ਕਿਉਂ ਜੋ ਉਹ ਮੇਰੀ ਛੱਤ ਛਾਏ ਆਏ ਹਨ। ਪਰ ਉਹਨਾਂ ਨੇ ਆਖਿਆ, ਪਿਛਾਂਹ ਹਟ ਜਾ। ਅਤੇ ਉਹਨਾਂ ਨੇ ਇਹ ਵੀ ਆਖਿਆ, ਇਹ ਵਸਣ ਲਈ ਆਇਆ ਸੀ, ਹੁਣ ਨਿਆਈ ਬਣ ਬੈਠਾ ਹੈ। ਅਸੀਂ ਤੇਰੇ ਨਾਲ ਉਹਨਾਂ ਨਾਲੋਂ ਵੱਧ ਬੁਰੀਆਈ ਕਰਾਂਗੇ। ਫਿਰ ਉਹਨਾਂ ਨੇ ਉਸ ਮਨੁੱਖ ਲੂਤ ਨੂੰ ਬਹੁਤ ਤੰਗ ਕੀਤਾ ਔਰ ਬੂਹੇ ਭੰਨਣ ਲਈ ਨੇੜੇ ਟੁੱਕੇ ਤਾਂ ਉਹਨਾਂ ਮਨੁੱਖਾਂ ਨੇ ਹੱਥ ਬਾਹਰ ਕੱਢ ਕੇ ਲੂਤ ਨੂੰ ਆਪਣੇ ਕੋਲ ਘਰ ਵਿੱਚ ਖਿੱਚ ਲਿਆ ਔਰ ਬੂਹਾ ਪੇੜ ਲਿਆ। ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਹਨਾਂ ਨੇ ਉਹਨਾਂ ਨੂੰ ਕੀ ਛੋਟੇ ਕੀ ਵੱਡੇ ਅੰਨੇ ਕਰ ਦਿੱਤਾ, ਇੱਥੋਂ ਤੱਕ ਕਿ ਉਹ ਬੂਹਾ ਲੱਭਦੇ ਲੱਭਦੇ ਤੱਕ ਗਏ। ਤਦ ਉਹਨਾਂ ਮਨੁੱਖਾਂ ਨੇ ਲੂਤ ਨੂੰ ਆਖਿਆ, ਤੇਰੇ ਕੋਲ ਹੋਰ ਕੌਣ ਇੱਥੇ ਹੈ? ਆਪਣੇ ਜਵਾਈਆਂ ਔਰ ਪੁੱਤਰਾਂ ਔਰ ਧੀਆਂ ਨੂੰ ਔਰ ਉਹ ਸਭ ਕੁਝ ਜੋ ਤੇਰਾ ਇਸ ਨਗਰ ਵਿੱਚ ਹੈ ਬਾਹਰ ਲੈ ਜਾ, ਕਿਉਂਕਿ ਅਸੀਂ ਇਸ ਥਾਂ ਨੂੰ ਇਸ ਲਈ ਨਸ਼ਟ ਕਰਨ ਵਾਲੇ ਹਾਂ ਕਿ ਉਹਨਾਂ ਦੀ ਹੁੱਗ ਯਹੋਵਾ ਦੇ ਅੱਗੇ ਬਹੁਤ ਵੱਧ ਗਈ ਹੈ ਅਤੇ ਯਹੋਵਾ ਨੇ ਸਾਨੂੰ ਇਹਦੇ ਨਸ਼ਟ ਕਰਨ ਲਈ ਕੱਲਿਆ ਹੈ। ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ, ਜਿਨ੍ਹਾਂ ਨੂੰ ਉਹਦੀਆਂ ਧੀਆਂ ਵਿਆਹੀਆਂ ਗਈਆਂ ਸਨ, ਗੱਲ ਕੀਤੀ ਅਤੇ ਆਖਿਆ, ਉੱਠੋ, ਇਸ ਥਾਂ ਤੋਂ ਨਿਕਲੋ, ਕਿਉਂਕਿ ਯਹੋਵਾ ਇਸ ਨਗਰ ਨੂੰ ਨਸ਼ਟ ਕਰਨ ਨੂੰ ਹੈ। ਪਰ ਉਹ ਆਪਣੇ ਜਵਾਈਆਂ ਦੀਆਂ ਅੱਖੀਆਂ ਵਿੱਚ ਮਖੌਲੀਆ ਜਿਹਾ ਜਾਪਿਆ। ਜਦ ਸਵੇਰ ਹੋਇਆ ਤਾਂ ਉਹਨਾਂ ਦੂਤਾਂ ਨੇ ਲੂਤ ਤੋਂ ਚੇਤੀ ਕਰਾਈ ਕਿ ਉੱਠ, ਆਪਣੀ ਤੀਵੀਂ ਔਰ ਦੋਹਾਂ ਧੀਆਂ ਨੂੰ ਜਿਹੜੀਆਂ ਇੱਥੇ ਹਨ ਲੈ ਜਾਓ। ਅਜਿਹਾ ਨਾ ਹੋਵੇ ਕਿ ਤੂੰ ਨਗਰ ਦੇ ਅਪਰਾਧ ਵਿੱਚ ਨਿੰਗਰ ਜਾਵੇ। ਜਦ ਉਹ ਢਿੱਲ ਕਰ ਰਿਹਾ ਸੀ ਤਾਂ ਉਹਨਾਂ ਮਨੁੱਖਾਂ ਨੇ ਯਹੋਵਾ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ, ਉਹਦੇ ਹੱਥ ਔਰ ਉਹਦੀ ਤੀਵੀਂ ਦੇ ਹੱਥ ਔਰ ਉਹਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜ ਕੇ ਉਹਨਾਂ ਨੂੰ ਬਾਹਰ ਪਹੁੰਚਾ ਦਿੱਤਾ। ਤਾਂ ਯੂੰ ਹੋਇਆ, ਜਦ ਉਹ ਉਹਨਾਂ ਨੂੰ ਬਾਹਰ ਲੈ ਆਏ ਤਾਂ ਉਸਨੇ ਆਖਿਆ, ਆਪਣੀ ਜਾਨ ਲੈ ਕੇ ਭੱਜ ਜਾ, ਆਪਣੇ ਪਿੱਛੇ ਨਾ ਵੇਖੀ ਔਰ ਸਾਰੇ ਦੂਨ ਵਿੱਚ ਕਿਤੇ ਨਾ ਠਹਿਰੀ, ਪਹਾੜ ਨੂੰ ਭੱਜ ਜਾ, ਅਜਿਹਾ ਨਾ ਹੋਵੇ ਕਿ ਤੂੰ ਭਸਮ ਹੋ ਜਾਵੇਂ। ਪਰ ਲੂਤ ਨੇ ਉਹਨਾਂ ਨੂੰ ਆਖਿਆ, ਹੇ ਮੇਰੇ ਪ੍ਰਭੂਓ, ਅਜਿਹਾ ਨਾ ਕਰਨਾ। ਵੇਖੋ ਤੁਹਾਡੇ ਦਾਸ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੋਈ ਹੈ ਔਰ ਤੁਸੀਂ ਆਪਣੀ ਦਇਆ ਨੂੰ ਜੋ ਮੇਰੀ ਜਾਨ ਨੂੰ ਜਿਉਂਦਾ ਰੱਖਣ ਲਈ ਮੇਰੇ ਉੱਤੇ ਕੀਤੀ ਵਧਾਇਆ ਹੈ। ਪਰ ਮੈਂ ਪਹਾੜ ਤੱਕ ਨਹੀਂ ਭੱਜ ਸਕਦਾ, ਮਤੇ ਮੇਰੇ ਉੱਤੇ ਕੋਈ ਬੁਰੀਆਈ ਆ ਪਵੇ ਔਰ ਮੈਂ ਮਰ ਜਾਵਾਂ। ਵੇਖੋ ਨਾ, ਇਹ ਨਗਰ ਭੱਜਣ ਲਈ ਨੇੜੇ ਹੈ ਔਰ ਇਹ ਨਿੱਕਾ ਜਿਹਾ ਵੀ ਹੈ। ਮੈਨੂੰ ਉੱਤੇ ਭੱਜ ਜਾਣ ਦਿਓ ਕਿ ਉਹ
ਨਿੱਕਾ ਨਹੀਂ ਹੈ, ਸੋ ਮੇਰੀ ਜਾਨ ਜੀਵਦੀ ਰਹੂਗੀ। ਤਾਂ ਉਸਨੇ ਉਹਨਾਂ ਨੂੰ ਆਖਿਆ, ਵੇਖ ਮੈਂ ਤੈਨੂੰ ਇਸ ਗੱਲ ਵਿੱਚ ਵੀ ਮੰਨ ਲਿਆ ਹੈ। ਮੈਂ ਇਸ ਨਗਰ ਨੂੰ ਜਿਹਦੇ ਲਈ ਤੈਂ ਗੱਲ ਕੀਤੀ ਨਹੀਂ ਟਾਵਾਂਗਾ। ਛੇਤੀ ਕਰ, ਉੱਤੇ ਨੂੰ ਭੱਜ, ਕਿਉਂਕਿ ਮੈਂ ਕੁਝ ਨਹੀਂ ਕਰ ਸਕਦਾ ਜਦ ਤੱਕ ਤੂੰ ਉੱਥੇ ਨਾ ਜਾਵੇਂ। ਇਸ ਲਈ ਉਸ ਨਗਰ ਦਾ ਨਾਮ ਸੋਵਾਰ ਰੱਖਿਆ ਗਿਆ। ਸੂਰਜ ਧਰਤੀ ਉੱਤੇ ਚੜਿਆ ਹੀ ਸੀ ਕਿ ਲੂਤ ਸੋਵਾਰ ਵਿੱਚ ਜਾ ਵੜਿਆ ਅਤੇ ਯਹੋਵਾ ਨੇ ਸਦੂਮ ਔਰ ਅਮੋਰਾ ਉੱਤੇ ਗੰਧਕ ਔਰ ਅੱਗ ਯਹੋਵਾ ਦੀ ਵੱਲੋਂ ਆਕਾਸ਼ ਤੋਂ ਬਰਸਾਈ ਅਤੇ ਉਸਨੇ ਇਨ੍ਹਾਂ ਨਗਰਾਂ ਨੂੰ ਔਰ ਸਾਰੇ ਦੂਣ ਨੂੰ ਔਰ ਨਗਰ ਦੇ ਵਸਨੀਕਾਂ ਨੂੰ ਔਰ ਜ਼ਮੀਨ ਦੀ ਅੰਗੂਰੀ ਨੂੰ ਨਸ਼ਟ ਕਰ ਸੁੱਟਿਆ। ਪਰ ਉਸ ਦੀ ਤੀਵੀ ਨੇ ਪਿੱਛੇ ਮੁੜ ਕੇ ਡਿੱਠਾ ਤਾਂ ਉਹ ਲੂਣ ਦਾ ਥੰਮ ਬਣ ਗਈ। ਅਬਰਾਹਮ ਸਵੇਰ ਹੀ ਉੱਠ ਕੇ ਉਸ ਥਾਂ ਨੂੰ ਜਿੱਥੇ ਉਹ ਯਹੋਵਾ ਦੇ ਸਨਮੁਖ ਖੜਾ ਹੋਇਆ ਸੀ ਗਿਆ, ਜਾਂ ਉਸਨੇ ਸਦੂਮ ਔਰ ਅਮੋਰਾ ਵੱਲ ਔਰ ਦੂਣ ਦੀ ਸਾਰੀ ਧਰਤੀ ਵੱਲ ਡਿੱਠਾ ਤਾਂ ਵੇਖੋ ਧਰਤੀ ਦਾ ਧੂਆਂ ਪੱਟੀ ਦੇ ਧੂਏ ਵਾਂਗਰ ਉੱਡ ਰਿਹਾ ਸੀ। ਸੋ ਇਉਂ ਹੋਇਆ ਜਦ ਪਰਮੇਸ਼ਰ ਨੇ ਦੂਣ ਦੇ ਨਗਰਾਂ ਨੂੰ ਨਸ਼ਟ ਕੀਤਾ ਤਾਂ ਪਰਮੇਸ਼ਰ ਨੇ ਅਬਰਾਹਮ ਨੂੰ ਚੇਤੇ ਕੀਤਾ ਔਰ ਲੂਤ ਨੂੰ ਉਸ ਬਰਬਾਦੀ ਦੇ ਵਿੱਚੋਂ ਕੱਢਿਆ। ਜਦ ਉਸਨੇ ਉਹਨਾਂ ਨਗਰਾਂ ਨੂੰ ਜਿੱਥੇ ਲੂਤ ਵਸਦਾ ਸੀ ਨਸ਼ਟ ਕਰ ਸੁੱਟਿਆ, ਫਿਰ ਲੂਤ ਸੋਹਾਰ ਤੋਂ ਉੱਪਰ ਜਾ ਕੇ ਆਪਣੀਆਂ ਦੋਹਾਂ ਧੀਆਂ ਸਣੇ ਪਹਾੜ ਉੱਤੇ ਵਸਿਆ, ਕਿਉਂਕਿ ਉਹ ਸੋਹਾਰ ਵਿੱਚ ਵਸਣ ਤੋਂ ਡਰਦਾ ਸੀ। ਸੋ ਉਹ ਔਰ ਉਹਦੀਆਂ ਦੋਵੇਂ ਧੀਆਂ ਇੱਕ ਕੁੰਦਰ ਵਿੱਚ ਵਸਣ ਲੱਗ ਪਏ। ਪਲੋਟੀ ਨੇ ਛੋਟੀ ਨੂੰ ਆਖਿਆ, ਸਾਡਾ ਪਿਤਾ ਬੁੱਢਾ ਹੈ ਔਰ ਧਰਤੀ ਉੱਤੇ ਕੋਈ ਮਨੁੱਖ ਨਹੀਂ ਹੈ ਜੋ ਸਾਰੀ ਧਰਤੀ ਦੇ ਦਸਤੂਰ ਅਨੁਸਾਰ ਸਾਡੇ ਕੋਲ ਅੰਦਰ ਆਵੇ। ਆ ਅਸੀਂ ਆਪਣੇ ਪਿਤਾ ਨੂੰ ਮਦ ਪਿਲਾਈਏ ਅਤੇ ਅਸੀਂ ਉਹਦੇ ਸੰਗ ਲੇਟੀਏ ਅਤੇ ਐਵੇਂ ਅਸੀਂ ਆਪਣੇ ਪਿਤਾ ਦੀ ਅੰਸ਼ ਕਾਇਮ ਰੱਖਾਂਗੀਆਂ। ਤਾਂ ਉਹਨਾਂ ਨੇ ਆਪਣੇ ਪਿਤਾ ਨੂੰ ਉਸੇ ਰਾਤ ਮਦ ਪਿਲਾਈ ਅਤੇ ਪਲੋਟੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ, ਪਰ ਉਹਨੇ ਉਸ ਦਾ ਲੇਟਣਾ ਉੱਠਣਾ ਨਹੀਂ ਸੀ ਜਾਣਿਆ। ਫਿਰ ਅਗਲੇ ਦਿਨ यूं होया कि पलोटी ने छोटी नु आखिया, वेख मैं कल रात अपने पिता दे संग लेटी, असी अज रात भी ओनु मद पिलाईए अते तू जा ओदे संग लेट अते असी अपने पिता दी अंश कायम रखांगियां। ਤਾਂ ਉਹਨਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਦ ਪਿਲਾਈ ਅਤੇ ਛੋਟੀ ਉੱਠ ਕੇ ਆਪਣੇ ਪਿਤਾ ਦੇ ਸੰਗ ਲੇਟੀ, ਪਰ ਉਹਨੇ ਉਸ ਦਾ ਲੇਟਣ ਉੱਠਣ ਨਹੀਂ ਸੀ ਜਾਣਿਆ। ਸੋ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਣੀਆਂ ਹੋਈਆਂ ਅਤੇ ਪਲੋਟੀ ਪੁੱਤਰ ਜਨੀ ਔਰ ਉਸਨੇ ਉਹਦਾ ਨਾਮ ਮੋਆਬ ਰੱਖਿਆ। ਉਹ ਮੋਆਬੀਆਂ ਦਾ ਪਿਤਾ ਅੱਜ ਤੱਕ ਹੈ। ਛੋਟੀ ਵੀ ਇੱਕ ਪੁੱਤਰ ਜਨੀ ਔਰ ਉਸਨੇ ਉਹਦਾ ਨਾਮ ਬਿਨ ਅਮੀ ਰੱਖਿਆ। ਉਹ ਅਮੋਨੀਆਂ ਦਾ ਪਿਤਾ ਅੱਜ ਤੱਕ ਹੈ। ਨਿਆਂਆਂ ਦੀ ਪੋਥੀ ਅਧਿਆਇ 9। ਤਦ ਯਰੂਬਾਲ ਦਾ ਪੁੱਤਰ ਅਬੀਮਲਕ ਸਕਮ ਵਿੱਚ ਆਪਣੀਆਂ ਮਾਮੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਅਤੇ ਆਪਣੇ ਸਾਰੇ ਨਾਨਕੇ ਟੱਬਰ ਨੂੰ ਆਖਣ ਲੱਗਾ, ਜੋ ਸਕਮ ਦੀਆਂ ਸਾਰੀਆਂ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਭਲਾ ਤੁਹਾਡੇ ਲਈ ਇਹ ਚੰਗਾ ਹੈ ਜੋ 70 ਮਨੁੱਖ ਜਿਹੜੇ ਯਰੂਬਾਲ ਦੇ ਪੁੱਤਰ ਹਨ ਸਭੇ ਤੁਹਾਡੇ ਉੱਤੇ ਰਾਜ ਕਰਨ, ਜਾਂ ਇਹ ਕਿ ਨਿਰਾ ਇੱਕੋ ਹੀ ਰਾਜ ਕਰੇ। ਨਾਲੇ ਚੇਤੇ ਰੱਖੋ ਜੋ ਮੈਂ ਵੀ ਤੁਹਾਡੇ ਹੱਡੀ ਅਤੇ ਤੁਹਾਡਾ ਮਾਸ ਹਾਂ। ਉਹਦੇ ਮਾਮੀਆਂ ਨੇ ਉਹਦੇ ਲਈ ਸਕਮ ਦੀਆਂ ਸਾਰੀਆਂ ਲੋਕਾਂ ਦੇ ਕੰਨੀ ਇਹ ਗੱਲਾਂ ਪਾ ਦਿੱਤੀਆਂ। ਉਹਨਾਂ ਦੇ ਮਨ ਅਬੀਮਲੇਕ ਦੇ ਮਗਰ ਤੁਰਨ ਵੱਲ ਰਾਜੀ ਹੋਈ, ਕਿਉਂ ਜੋ ਉਹ ਬੋਲੇ ਇਹ ਸਾਡਾ ਭਰਾ ਹੈ। ਉਹਨਾਂ ਨੇ ਬਾਲ ਬਰੀਤ ਦੇ ਘਰ ਵਿੱਚ 70 ਤੋਲੇ ਚਾਂਦੀ ਕੱਢ ਕੇ ਉਹਨੂੰ ਦਿੱਤੀ। ਸੋ ਉਹਦੇ ਨਾਲ ਅਬੀਮਲੇਕ ਨੇ
ਗੁੰਡੇ ਅਤੇ ਲੁੱਚੇ ਲੋਕਾਂ ਨੂੰ ਟਹਿਲੀਏ ਰੱਖੇ ਅਤੇ ਉਹ ਉਸ ਦੇ ਮਗਰ ਹੋਏ। ਉਹਨੇ ਅਫਰਾ ਵਿੱਚ ਆਪਣੇ ਪਿਓ ਦੇ ਘਰ ਜਾ ਕੇ ਆਪਣੀਆਂ ਭਰਾਵਾਂ ਯਰੁਬਾਲ ਦੀਆਂ ਪੁੱਤਰਾਂ ਨੂੰ ਜੋ 70 ਜਣੇ ਸਨ ਇੱਕੋ ਪੱਥਰ ਉੱਤੇ ਵੱਢ ਸੁੱਟਿਆ। ਪਰ ਯਰੁਬਾਲ ਦਾ ਨਿੱਕਾ ਪੁੱਤਰ ਯੋਦਾਮ ਲੁਕ ਜੋ ਗਿਆ ਸੀ, ਸੋ ਬਚ ਰਿਹਾ। ਤਦ ਸਕਮ ਦੇ ਸਾਰੇ ਲੋਕ ਅਤੇ ਮਿਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਬਲੂਤ ਦੇ ਥੰਮ ਦੇ ਕੋਲ ਜਿਹੜਾ ਸਕਮ ਵਿੱਚ ਸੀ ਜਾ ਕੇ ਉਹਨਾਂ ਨੇ ਅਬੀਮੇਲਕ ਨੂੰ ਪਾਤਸ਼ਾਹ ਬਣਾਇਆ। ਜਦ ਇਹਦੀ ਖਬਰ ਯੋਦਾਮ ਨੂੰ ਹੋਈ ਤਾਂ ਉਹ ਜਾ ਕੇ ਕਰੀਜਿਮ ਪਹਾੜ ਦੇ ਟੀਸੀ ਉੱਤੇ ਚੜ ਖਲੋਤਾ ਅਤੇ ਉੱਚੀ ਆਵਾਜ਼ ਕੱਢ ਕੇ ਬੋਲਿਆ ਅਤੇ ਉਹਨਾਂ ਨੂੰ ਆਖਣ ਲੱਗਾ, ਹੇ ਸਕਮ ਦਿਓ ਲੋਕੋ, ਮੇਰੀ ਸੁਣੋ, ਭਈ ਪਰਮੇਸ਼ਰ ਤੁਹਾਡੀ ਵੀ ਸੁਣੇ। ਇੱਕ ਵਾਰੀ ਬਿਰਛ ਆਪਣੇ ਉੱਤੇ ਰਾਜਾ ਮਸਾ ਕਰਨ ਲਈ ਨਿਕਲੇ, ਸੋ ਉਹਨਾਂ ਨੇ ਕਊ ਦੇ ਬਿਰਛ ਨੂੰ ਜਾ ਕੇ ਆਖਿਆ, ਤੂੰ ਸਾਡਾ ਰਾਜਾ ਬਣ। ਤਦ ਕਊ ਦੇ ਬਿਰਛ ਨੇ ਉਹਨੂੰ ਆਖਿਆ, ਭਲਾ ਮੈਂ ਆਪਣੀ ਤਿੰਦੀਆਂ ਨੂੰ ਜਿਹਦੇ ਨਾਲ ਪਰਮੇਸ਼ਰ ਅਤੇ ਮਨੁੱਖ ਦਾ ਆਦਰ ਕਰੀਦਾ ਹੈ ਛੱਡਦੀਆਂ ਅਤੇ ਜਾ ਕੇ ਬਿਰਛਾਂ ਉੱਤੇ ਝੁੱਲਦਾ ਫਿਰਾਂ? ਤਾਂ ਬਿਰਛਾਂ ਨੇ ਹੰਜੀਰ ਦੇ ਬਿਰਛ ਨੂੰ ਆਖਿਆ, ਆ ਤੂੰ ਸਾਡਾ ਰਾਜਾ ਬਣ। ਪਰ ਹੰਜੀਰ ਨੇ ਉਹਨਾਂ ਨੂੰ ਆਖਿਆ, ਭਲਾ ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡਦੀਆਂ ਅਤੇ ਬਿਰਛਾਂ ਉੱਤੇ ਝੁੱਲਦਾ ਫਿਰਾਂ? ਤਦ ਬਿਰਛਾਂ ਨੇ ਦਾਖ ਨੂੰ ਆਖਿਆ, ਚੱਲ ਤੂੰ ਸਾਡਾ ਰਾਜਾ ਬਣ। ਅਤੇ ਦਾਖ ਨੇ ਉਹਨਾਂ ਨੂੰ ਆਖਿਆ, ਭਲਾ ਮੈਂ ਆਪਣਾ ਰਸ ਨੂੰ ਜਿਹਦੇ ਨਾਲ ਪਰਮੇਸ਼ਰ ਤੇ ਮਨੁੱਖਾਂ ਰਾਜੀ ਹੁੰਦੇ ਹਨ ਛੱਡਾਂ ਅਤੇ ਬਿਰਜਾਂ ਉੱਤੇ ਜਾ ਝੁੱਲਦਾ ਫਿਰਾਂ? ਤਦ ਉਹਨਾਂ ਸਭਨਾ ਬਿਰਜਾਂ ਨੇ ਕਰੀਰ ਨੂੰ ਆਖਿਆ, ਭਈ ਚੱਲ ਤੂੰ ਸਾਡਾ ਰਾਜਾ ਬਣ। ਅਤੇ ਕਰੀਰ ਨੇ ਬਿਰਛਾਂ ਨੂੰ ਆਖਿਆ, ਜੇ ਤੁਸੀਂ ਸੱਚਮੁੱਚ ਮੈਨੂੰ ਮਸਾ ਕਰਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਵੋ ਮੇਰੇ ਵਰਛਾਵੇਂ ਦੇ ਹੇਠ ਆਸਰਾ ਲਵੋ, ਅਤੇ ਜੇ ਨਹੀਂ ਤਾਂ ਕਰੀਰ ਦੇ ਵਿੱਚੋਂ ਇੱਕ ਅੱਗ ਨਿਕਲ ਕੇ ਲਬਨੋਨ ਦੀਆਂ ਤਿਆਰਾਂ ਨੂੰ ਪੱਕ ਲਵੇ। ਸੋ ਹੁਣ ਜੇ ਕਦੀ ਤੁਸਾਂ ਸੱਚਾਈ ਅਤੇ ਪਲਮਨ ਸੋ ਨਾਲ ਅਬੀਮੇਲਕ ਨੂੰ ਆਪਣਾ ਰਾਜਾ ਬਣਾਇਆ ਅਤੇ ਜੇ ਕਦੀ ਤੁਸਾਂ ਯਰੁਬਾਲ ਨਾਲ ਅਤੇ ਉਹਦੇ ਟੱਬਰ ਨਾਲ ਚੰਗਾ ਵਰਤਾਓ ਕੀਤਾ ਅਤੇ ਜੇ ਕਦੀ ਉਹਨੂੰ ਉਸ ਦਇਆ ਦੇ ਸਮਾਨ ਜੋ ਉਹਦੀਆਂ ਹੱਥਾਂ ਨੇ ਕੀਤੀ ਤੁਸਾਂ ਇਹ ਵਟਾ ਦਿੱਤਾ ਹੈ, ਕਿਉਂ ਜੋ ਮੇਰਾ ਪਿਓ ਤੁਹਾਡੇ ਲਈ ਲੜਿਆ ਅਤੇ ਆਪਣੇ ਜਿੰਦ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਿਆਨ ਦੇ ਹੱਥੋਂ ਛੁਡਾਇਆ। ਅਤੇ ਅੱਜ ਤੁਸਾਂ ਮੇਰੇ ਪਿਓ ਦੇ ਟੱਬਰ ਉੱਤੇ ਹੱਥ ਚਲਾ ਕੇ ਉਹਦੇ 70 ਪੁੱਤਰ ਇੱਕੋ ਪੱਥਰ ਉੱਤੇ ਵੱਢ ਸੁੱਟੇ ਅਤੇ ਉਹਦੀ ਟਹਿਲਣ ਦੇ ਪੁੱਤਰ ਅਬੀਮੇਲਕ ਨੂੰ ਸਕਮ ਦੇ ਲੋਕਾਂ ਉੱਤੇ ਪਾਤਸ਼ਾਹ ਬਣਾਇਆ, ਇਸ ਲਈ ਜੋ ਉਹ ਤੁਹਾਡਾ ਭਰਾ ਹੈ। ਸੋ ਜੇ ਤੁਸਾਂ ਸੱਚਾਈ ਅਤੇ ਪਲ ਮਨਸੋ ਤੋਂ ਯਰੁਬਾਲ ਅਤੇ ਉਹਦੇ ਘਰ ਨਾਲ ਅੱਜ ਵਰਤਿਆ ਤਾਂ ਤੁਸੀਂ ਅਬੀਮੇਲਕ ਨਾਲ ਆਨੰਦ ਰਹੋ ਅਤੇ ਉਹ ਤੁਹਾਡੇ ਨਾਲ ਆਨੰਦ ਰਹੇ। ਜੇ ਨਹੀਂ ਤਾਂ ਅਬੀਮੇਲਕ ਤੋਂ ਇੱਕ ਅੱਗ ਨਿਕਲੇ ਅਤੇ ਸਕਮ ਦੀਆਂ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਖਾ ਜਾਵੇ ਅਤੇ ਸਕਮ ਦੀਆਂ ਲੋਕਾਂ ਅਤੇ ਮਿਲੋ ਦੀ ਸੰਤਾਨ ਵੱਲੋਂ ਵੀ ਇੱਕ ਅੱਗ ਨਿਕਲੇ ਅਤੇ ਅਬੀਮੇਲਕ ਨੂੰ ਖਾ ਜਾਵੇ। ਤਾਂ ਯੋਦਾਮ ਉੱਤੋਂ ਭੱਜ ਕੇ ਨੱਠਾ ਔਰ ਆਪਣੇ ਭਾਈ ਅਬੀਮੇਲਕ ਦੇ ਡਰ ਦੇ ਮਾਰੇ ਬਏਰ ਨੂੰ ਗਿਆ ਅਤੇ ਉੱਤੇ ਰਿਹਾ। ਅਬੀਮੇਲਕ ਨੇ ਇਸਰਾਏਲੀਆਂ ਵਿੱਚ 3 ਵਰੇ ਸਰਦਾਰੀ ਕੀਤੀ ਔਰ ਪਰਮੇਸ਼ਰ ਨੇ ਅਬੀਮੇਲਕ ਅਤੇ ਸਕਮ ਦੀਆਂ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ ਆਤਮਾ ਕੱਲਿਆ ਅਤੇ ਸਕਮ ਦੇ ਵਾਸੀ ਅਬੀਮੇਲਕ ਨਾਲ ਛਲ ਕਰਨ ਲੱਗੇ। ਭਈ ਉਹ ਅਨੇਰ ਜਿਹੜਾ ਯਰੁਬਾਲ ਦੀਆਂ 17 ਪੁੱਤਰਾਂ ਨਾਲ ਹੋਇਆ ਸੀ, ਮੁੜ ਕੇ ਉਹਨਾਂ ਦਾ ਖੂਨ ਉਹਨਾਂ ਦੇ ਭਰਾ ਅਬੀਮੇਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਹਨਾਂ ਨੂੰ ਵੱਢ ਸੁੱਟਿਆ, ਅਤੇ ਸਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ, ਜਿਨ੍ਹਾਂ ਨੇ ਉਹਦੇ ਭਰਾਵਾਂ ਦੇ ਵੱਢਣ ਵਿੱਚ ਉਪਰਾਲਾ ਕੀਤਾ। ਅਤੇ ਸਕਮ ਦੀਆਂ ਲੋਕਾਂ ਨੇ ਪਹਾੜ ਦੀਆਂ ਟੀਸੀਆਂ ਉੱਤੇ ਉਸ ਦੇ ਫੜਨ ਲਈ ਚਹਿਲਾਉਣ ਵਾਲੇ ਬਿਠਾਏ
ਅਤੇ ਉਹਨਾਂ ਨੇ ਉਸ ਰਾਹ ਦੇ ਸਭਨਾਂ ਲੰਘਣ ਵਾਲਿਆਂ ਨੂੰ ਲੁੱਟ ਲਿਆ। ਅਤੇ ਅਬੀਮੇਲਕ ਨੂੰ ਖਬਰ ਹੋਈ ਤਦ ਅਬਦ ਦਾ ਪੁੱਤਰ ਗਾਲ ਆਪਣੇ ਭਰਾਵਾਂ ਸਣੇ ਆਇਆ ਅਤੇ ਸ਼ਕਮ ਦੀ ਵੱਲ ਤੁਰਿਆ ਅਤੇ ਸ਼ਕਮ ਦੇ ਲੋਕਾਂ ਨੇ ਉਹਦੇ ਉੱਤੇ ਆਸਰਾ ਕੀਤਾ। ਸੋ ਉਸ ਪਹਿਲੀ ਵਿੱਚ ਨਿਕਲ ਕੇ ਆਪਣੀਆਂ ਦਾਖਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਦਾਖਾਂ ਨੂੰ ਨਫੀੜ ਕੇ ਆਨੰਦ ਕੀਤਾ ਅਤੇ ਆਪਣੇ ਟਾਖਰ ਦੁਆਰੇ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮੇਲਕ ਨੂੰ ਸਰਾਪ ਦਿੱਤਾ। ਤਦ ਅਬਦ ਦੇ ਪੁੱਤਰ ਗਾਲ ਨੇ ਆਖਿਆ, ਅਬੀਮੇਲਕ ਹੈ ਕੌਣ ਅਤੇ ਸ਼ਕਮ ਕੌਣ ਹੈ ਜੋ ਅਸੀਂ ਉਹਦੀ ਟਹਿਲ ਕਰੀਏ? ਭਲਾ ਉਹ ਯਰੁਬਾਲ ਦਾ ਪੁੱਤਰ ਨਹੀਂ ਅਤੇ ਜਬੁਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਓ ਹਮੋਰ ਦੀਆਂ ਲੋਕਾਂ ਦੀ ਟਹਿਲ ਕਰੋ, ਉਸ ਦੀ ਟਹਿਲ ਅਸੀਂ ਕਾਹਨੂੰ ਕਰੀਏ? ਹਾਏ ਹਾਏ, ਜੇ ਕਦੀ ਇਹ ਲੋਕ ਮੇਰੇ ਵਸ ਵਿੱਚ ਹੁੰਦੇ ਤਾਂ ਮੈਂ ਅਬੀਮੇਲਕ ਨੂੰ ਇੱਕ ਪਾਸੇ ਕਰ ਦਿੰਦਾ। ਅਤੇ ਉਸਨੇ ਅਬੀਮੇਲਕ ਨੂੰ ਆਖਿਆ, ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿਕਲ ਆ। ਜਦ ਜਬੂਲ ਨੇ, ਜੋ ਸ਼ਹਿਰ ਦਾ ਸਰਦਾਰ ਸੀ, ਅਬਦ ਦੇ ਪੁੱਤਰ ਗਾਲ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹਦਾ ਕ੍ਰੋਧ ਜਾਗ ਪਿਆ ਅਤੇ ਉਸਨੇ ਚੱਲ ਨਾਲ ਅਬੀਮੇਲਕ ਕੋਲ ਹਲਕਾਰੇ ਕੱਲ ਕੇ ਆਖਿਆ, ਵੇਖ, ਅਬਦ ਦਾ ਪੁੱਤਰ ਗਾਲ ਆਪਣੀਆਂ ਭਰਾਵਾਂ ਸਣੇ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਉਹ ਤੇਰੇ ਵਿਰੋਧ ਸ਼ਹਿਰ ਨੂੰ ਚੁੱਕਦੇ ਹਨ। ਹੁਣ ਤੂੰ ਆਪਣੀਆਂ ਲੋਕਾਂ ਸਣੇ ਰਾਤ ਨੂੰ ਉੱਠ ਅਤੇ ਰੜੇ ਵਿੱਚ ਚਹਿਲਾ ਕੇ ਬੈਠ ਅਤੇ ਸਵੇਰ ਸੂਰਜ ਚੜ੍ਹਦੇ ਹੀ ਤੂੰ ਪਰਬਾਤੇ ਹੀ ਉੱਠ ਕੇ ਸ਼ਹਿਰ ਉੱਤੇ ਹੱਲਾ ਕਰ ਅਤੇ ਵੇਖ, ਜਦ ਉਹ ਆਪਣੀਆਂ ਲੋਕਾਂ ਸਣੇ ਤੇਰਾ ਸਾਹਮਣਾ ਕਰਨ ਨੂੰ ਨਿਕਲੇ ਤਾਂ ਜੋ ਕੁਝ ਤੇਰੇ ਹੱਥੋਂ ਹੋ ਸਕੇ ਤੂੰ ਉਹਨਾਂ ਨਾਲ ਕਰੀ। ਤਾਂ ਅਬੀਮੇਲਕ ਆਪਣੀਆਂ ਸਾਰੀਆਂ ਲੋਕਾਂ ਸਣੇ ਰਾਤ ਨੂੰ ਉੱਠਿਆ ਔਰ 4 ਟੋਲੀਆਂ ਬਣ ਕੇ ਸ਼ਕਮ ਦੇ ਸਾਹਮਣੇ ਚਹੇ ਵਿੱਚ ਬੈਠਾ ਅਤੇ ਅਬਦ ਦਾ ਪੁੱਤਰ ਗਾਲ ਬਾਹਰ ਨਿਕਲ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਰਿਹਾ। ਤਦ ਅਬੀਮੇਲਕ ਆਪਣੇ ਲੋਕਾਂ ਸਣੇ ਚਹੇ ਵਿੱਚ ਨਿਕਲਿਆ ਅਤੇ ਜਾਂ ਗਾਲ ਨੇ ਲੋਕਾਂ ਨੂੰ ਡਿੱਠਾ ਤਾਂ ਉਹਨੇ ਜਬੂਲ ਨੂੰ ਆਖਿਆ, ਪਹਾੜਾਂ ਦੀਆਂ ਟੀਸੀਆਂ ਉੱਤੇ ਲੋਕ ਲੈਂਦੇ ਹਨ। ਜਬੂਲ ਨੇ ਉਹਨਾਂ ਨੂੰ ਆਖਿਆ, ਇਹ ਪਹਾੜ ਦੇ ਪਰਛਾਵਾਂ ਹਨ ਜਿਹੜੇ ਤੁਹਾਨੂੰ ਮਨੁੱਖਾਂ ਵਾਂਗ ਦਿਸਦੇ ਹਨ। ਤਦ ਗਾਲ ਨੇ ਫਿਰ ਆਖਿਆ, ਵੇਖ, ਰੜੇ ਦੇ ਵਿੱਚੋਂ ਦੀ ਲੋਕ ਹੇਠਾਂ ਨੂੰ ਉਤਰਦੇ ਆਉਂਦੇ ਹਨ ਅਤੇ ਇੱਕੋ ਟੋਲੀ ਮਉਨਾਨੀਮ ਦੇ ਬਲੂਤ ਦੇ ਬਿਰਚਾਂ ਵੱਲੋਂ ਆਉਂਦੀ ਹੈ। ਤਾਂ ਜਬੂਲ ਨੇ ਉਹਨੂੰ ਆਖਿਆ, ਹੁਣ ਉਹ ਮੂੰਹ ਤੇਰਾ ਕਿੱਥੇ ਹੈ ਜਿਹਦੇ ਨਾਲ ਤੂੰ ਆਖਿਆ ਪਈ ਅਬੀਮੇਲਕ ਹੈ ਕੌਣ ਜੋ ਅਸੀਂ ਉਹਦੇ ਟਹਿਲ ਕਰੀਏ? ਭਲਾ ਇਹ ਉਹ ਲੋਕ ਨਹੀਂ ਜਿਨ੍ਹਾਂ ਨੂੰ ਤੁਸਾਂ ਤੁੱਛ ਜਾਣਿਆ? ਸੋ ਹੁਣ ਬਾਹਰ ਜਾ ਕੇ ਉਹਨਾਂ ਨਾਲ ਲੜਾਈ ਕਰ। ਤਦ ਗਾਲ ਸ਼ਕਮ ਦੀਆਂ ਲੋਕਾਂ ਦੇ ਮੋਹਰੇ ਬਾਹਰ ਨਿਕਲ ਕੇ ਅਬੀਮੇਲਕ ਨਾਲ ਲੜਿਆ। ਅਬੀਮੇਲਕ ਨੇ ਉਹਦਾ ਪਿੱਛਾ ਕੀਤਾ ਅਤੇ ਉਹ ਉਸਦੇ ਅੱਗੋਂ ਨੱਠਾ ਅਤੇ ਰਾਹ ਵਿੱਚ ਸ਼ਹਿਰ ਦੇ ਬੂਹੇ ਤੋੜੀ ਢੇਰ ਸਾਰੇ ਫਟੇ ਗਏ ਅਤੇ ਡਿੱਗੇ ਅਤੇ ਅਬੀਮੇਲਕ ਅਰੁਮਾ ਦੇ ਵਿੱਚ ਜਾ ਰਿਹਾ ਅਤੇ ਜਬੂਲ ਨੇ ਗਾਲ ਨੂੰ ਅਤੇ ਉਹਦੀਆਂ ਭਰਾਵਾਂ ਨੂੰ ਕੱਢ ਦਿੱਤਾ ਭਈ ਸ਼ਕਮ ਵਿੱਚ ਨਾ ਰਹਿਣ। ਅਗਲੇ ਪਲਕ ਅਜਿਹਾ ਹੋਇਆ ਜੋ ਲੋਕ ਰੜੇ ਵਿੱਚ ਨਿਕਲ ਗਏ ਅਤੇ ਅਬੀਮੇਲਕ ਨੂੰ ਖਬਰ ਹੋਈ। ਸੋ ਉਹਨੇ ਲੋਕਾਂ ਨੂੰ ਲੈ ਕੇ ਉਹਨਾਂ ਦੀਆਂ 3 ਟੋਲੀਆਂ ਬਣਾਈਆਂ ਅਤੇ ਰੜੇ ਦੇ ਚਹੀ ਲਾ ਕੇ ਬੈਠਾ ਅਤੇ ਉਹਨ ਵੇਖ ਕੇ ਡਿੱਠਾ ਪਈ ਲੋਕ ਸ਼ਹਿਰੋਂ ਨਿਕਲ ਆਏ ਅਤੇ ਉਹ ਉਹਨਾਂ ਦਾ ਸਾਹਮਣਾ ਕਰਨ ਨੂੰ ਉੱਠਿਆ ਅਤੇ ਉਹਨਾਂ ਨੂੰ ਮਾਰ ਲਿਆ ਅਤੇ ਅਬੀਮੇਲਕ ਉਹਨਾਂ ਟੋਲੀਆਂ ਸਣੇ ਜੋ ਉਸਦੇ ਨਾਲ ਸਨ ਅੱਗੇ ਨੱਟ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਅਤੇ ਉਹਨਾਂ ਦੋਹਾਂ ਟੋਲੀਆਂ ਸਣੇ ਉਹਨਾਂ ਸਭਨਾਂ ਉੱਤੇ ਜਿਹੜੇ ਰੜੇ ਵਿੱਚ ਸਨ ਆਣ ਪਿਆ ਅਤੇ ਉਹਨਾਂ ਨੂੰ ਵੱਢ ਸੁੱਟਿਆ। ਅਬੀਮੇਲਕ ਸਾਰਾ ਦਿਨ ਸ਼ਹਿਰ ਨਾਲ ਲੜਦਾ ਰਿਹਾ ਅਤੇ ਸ਼ਹਿਰ ਨੂੰ ਜਿੱਤ ਕੇ ਸ਼ਹਿਰ ਦੀਆਂ ਲੋਕਾਂ ਨੂੰ ਵੱਢ ਸੁੱਟਿਆ
ਅਤੇ ਸ਼ਹਿਰ ਨੂੰ ਢਾ ਦਿੱਤਾ ਅਤੇ ਉਹਦੇ ਉੱਤੇ ਲੂਣ ਖਿੰਡਾਇਆ। ਜਦ ਸਕਮ ਦੇ ਬੁਰਜ ਦੇ ਸਭਨਾ ਲੋਕਾਂ ਨੇ ਇਹ ਸੁਣਿਆ ਤਾਂ ਉਹ ਏਲਬਰੀਤ ਦੇਵਤੇ ਦੇ ਮੰਦਰ ਦੇ ਰੜ ਵਿੱਚ ਜਾ ਵੜੇ। ਇਹ ਖਬਰ ਅਬੀਮੇਲਕ ਨੂੰ ਹੋਈ ਜੋ ਸਕਮ ਤੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ। ਤਦ ਅਬੀਮੇਲਕ ਆਪਣੇ ਸਾਰੇ ਨਾਲ ਦੀਆਂ ਲੋਕਾਂ ਸਣੇ ਸਲਮੋਨ ਦੇ ਪਹਾੜ ਉੱਤੇ ਰੜਿਆ ਅਤੇ ਅਬੀਮੇਲਕ ਨੇ ਆਪਣੇ ਹੱਥ ਵਿੱਚ ਕੁਹਾੜਾ ਫੜ ਕੇ ਬਿਰਛਾਂ ਉੱਤੇ ਇੱਕ ਟਹਿਣੀ ਵੱਢੀ ਅਤੇ ਉਹਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖਿਆ ਅਤੇ ਆਪਣੇ ਨਾਲ ਦੀਆਂ ਲੋਕਾਂ ਨੂੰ ਆਖਿਆ, ਭਾਈ ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਤੁਸੀਂ ਵੀ ਛੇਤੀ ਨਾਲ ਤਿਹਾਹੀ ਕਰੋ। ਤਦ ਉਹਨਾਂ ਸਭਨਾਂ ਨੇ ਇੱਕ ਇੱਕ ਟਹਿਣੀ ਵੱਢ ਲਈ ਅਤੇ ਅਬੀਮੇਲਕ ਦੇ ਮਗਰ ਲੱਗ ਤੁਰੇ ਅਤੇ ਉਹਨਾਂ ਨੂੰ ਗੜ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ। ਸੋ ਸਕਮ ਦੇ ਬੁਰਜ ਵਿੱਚ ਜਿੰਨੇ ਲੋਕ ਸਨ ਸਭ ਮਰ ਗਏ। ਸਾਰੇ ਪੁਰਖ ਤੀਵੀਆਂ 1000 ਸਨ। ਫਿਰ ਅਬੀਮੇਲਕ ਥਬੇਸ ਨੂੰ ਗਿਆ ਅਤੇ ਥਬੇਸ ਦੇ ਸਾਹਮਣੇ ਤੰਬ ਲਾ ਕੇ ਉਹਨੂੰ ਜਿੱਤ ਲਿਆ। ਪਰ ਉੱਤੇ ਸ਼ਹਿਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ। ਸੋ ਸਾਰੇ ਮਨੁੱਖ ਅਤੇ ਤੀਵੀਆਂ ਅਤੇ ਸ਼ਹਿਰ ਦੇ ਵਾਸੀ ਵੀ ਸਭੇ ਭੱਜ ਕੇ ਉਹਦੇ ਵਿੱਚ ਜਾ ਵੜੇ ਅਤੇ ਬੂਹਾ ਮਾਰ ਕੇ ਬੁਰਜ ਦੇ ਛੱਤ ਉੱਤੇ ਜਾ ਚੜੇ। ਤਦ ਅਬੀਮੇਲਕ ਬੁਰਜ ਦੇ ਕੋਲ ਆਇਆ ਅਤੇ ਉਸ ਦੇ ਨਾਲ ਲੜਿਆ ਅਤੇ ਉਸ ਦੇ ਸਾੜਨ ਲਈ ਬੁਰਜ ਦੇ ਬੂਹੇ ਦੇ ਨੇੜੇ ਆ ਟੁਕਾ। ਤਦ ਕਿਸੇ ਤੀਵੀ ਨੇ ਚੱਕੀ ਦਾ ਉੱਪਰਲਾ ਪੁੱਡ ਅਬੀਮੇਲਕ ਦੇ ਸਿਰ ਉੱਤੇ ਡੇਗ ਦਿੱਤਾ ਅਤੇ ਉਹਦਾ ਸਿਰ ਫੇਹ ਦਿੱਤਾ। ਤਦ ਉਸਨੇ ਝੱਟ ਆਪਣੇ ਸ਼ਸਤਰ ਚੁੱਕਣ ਵਾਲੇ ਜਵਾਨ ਨੂੰ ਸੱਦ ਕੇ ਆਖਿਆ, ਤਲਵਾਰ ਤੂੰ ਕੇ ਮੈਨੂੰ ਵੱਢ ਸੁੱਟ, ਭਈ ਮੇਰੇ ਉੱਤੇ ਕੋਈ ਇਹ ਨਾ ਆਕੇ ਜੋ ਉਹਨੂੰ ਇੱਕ ਤੀਵੀ ਨੇ ਮਾਰ ਸੁੱਟਿਆ। ਅਤੇ ਉਸ ਜਵਾਨ ਨੇ ਉਹਨੂੰ ਵਿੰਨ ਦਿੱਤਾ ਸੋ ਉਹ ਮਰ ਗਿਆ। ਜਾਂ ਇਸਰਾਏਲੀਆਂ ਨੇ ਦਿੱਤਾ ਜੋ ਅਬੀਮੇਲਕ ਪੂਰਾ ਹੋ ਗਿਆ ਹੈ ਤਾਂ ਸਭੋ ਆਪੋ ਆਪਣੇ ਘਰ ਨੂੰ ਚਲੇ ਗਏ। यूं परमेश्वर ने अबीमेलेक दे उस अनेर ਨੂੰ ਜੋ ਉਹਨੇ ਆਪਣੀਆਂ 70 ਭਰਾਵਾਂ ਨੂੰ ਵੱਢ ਕੇ ਆਪਣੇ ਪਿਓ ਦੇ ਨਾਲ ਕੀਤਾ ਸੀ ਉਹਦੇ ਉੱਤੇ ਹੋਇਆ ਅਤੇ ਸਕਮ ਦੀ ਲੋਕਾਂ ਦੀ ਸਾਰੀ ਬੁਰੀਾਈ ਉਹਨਾਂ ਦੀਆਂ ਸਿਰਾਂ ਉੱਤੇ ਪਰਮੇਸ਼ਰ ਨੇ ਪਾਈ ਅਤੇ ਉਹਨਾਂ ਉੱਤੇ ਯਰੁਬਾਲ ਦੇ ਪੁੱਤਰ ਯੋਦਾਮ ਦਾ ਸਰਾਪ ਆ ਪਿਆ। ਨਿਆਂਇਆਂ ਦੀ ਪੋਥੀ ਅਧਿਆਇ 10। ਅਬੀਮੇਲਕ ਦੇ ਪਿੱਛੋਂ ਦੋ ਦੇ ਪੋਤਰੇ ਪੁਆ ਦਾ ਪੁੱਤਰ ਤੌਲਾ ਜੋ ਇਸਖਾਰ ਦੇ ਗੋਤ ਵਿੱਚੋਂ ਸੀ ਸੋ ਇਸਰਾਏਲ ਦੇ ਬਚਾਓ ਲਈ ਉੱਠਿਆ ਅਤੇ ਉਹ ਇਫਰਾਇਮ ਪਹਾੜ ਦੇ ਵਿਚਕਾਰ ਸਾਮੀਰ ਦੇ ਵਿੱਚ ਰਹਿੰਦਾ ਸੀ। ਉਹ 23 ਵਰੇ ਇਸਰਾਏਲ ਦਾ ਨਿਆਂ ਕਰਕੇ ਮਰ ਗਿਆ ਅਤੇ ਸਾਮੀਰ ਵਿੱਚ ਦੱਬਿਆ ਗਿਆ। ਉਹਦੇ ਪਿੱਛੋਂ ਇੱਕ ਗਿਲਿਆਦੀ ਯਾਈਰ ਉੱਠਿਆ ਅਤੇ ਉਹਨੇ 22 ਵਰੇ ਇਸਰਾਏਲ ਦਾ ਨਿਆਂ ਕੀਤਾ। ਉਹਦੇ 30 ਪੁੱਤਰ ਸਨ ਜੋ 30 ਕੋਤਿਆਂ ਦੀਆਂ ਬੱਚੀਆਂ ਉੱਤੇ ਚੜ੍ਹਦੇ ਸਨ ਅਤੇ ਉਹਨਾਂ ਦੇ 30 ਨਗਰ ਸਨ ਜਿਨ੍ਹਾਂ ਦੇ ਨਾਂ ਅੱਜ ਦੇ ਦਿਨ ਤੋੜੀ ਯਾਈਰ ਦੀਆਂ ਬਸਤੀਆਂ ਹਨ ਜੋ ਗਿਲਿਆਦ ਦੇਸ਼ ਵਿੱਚ ਹਨ। ਅਤੇ ਯਾਈਰ ਮਰ ਗਿਆ ਔਰ ਕਾਮੋਨ ਵਿੱਚ ਦੱਬਿਆ ਗਿਆ। ਤਦ ਇਸਰਾਏਲੀ ਯਹੋਵਾ ਅੱਗੇ ਫਿਰ ਬੁਰਾਈ ਕਰਨ ਲੱਗੇ ਔਰ ਉਹਨਾਂ ਨੇ ਬਾਲ ਔਰ ਅਸਤਰੋਤਾਂ ਆਰਾਮ ਦੀਆਂ ਦੇਵਤੀਆਂ ਅਤੇ ਸੈਦੀ ਦੀਆਂ ਦੇਵਤੀਆਂ ਮੋਵਾਬ ਦੀਆਂ ਦੇਵਤੀਆਂ ਅਮੋਨ ਦੀ ਦੇਵਤੀਆਂ ਅਤੇ ਫਿਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕੀਤੀ ਔਰ ਯਹੋਵਾ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ। ਤਦ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਬਲ ਉੱਠਿਆ ਅਤੇ ਉਸਨੇ ਉਹਨਾਂ ਨੂੰ ਫਲਿਸਤੀਆਂ ਦੇ ਹੱਥ ਵਿੱਚ ਅਤੇ ਅਮੋਨੀਆਂ ਦੇ ਹੱਥ ਵਿੱਚ ਵੇਚ ਦਿੱਤਾ। ਉਹਨਾਂ ਨੇ ਉਸ ਵਰੇ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਵਿੱਚ ਜੋ ਗਿਲਿਆਦ ਵਿੱਚ ਹੈ ਸਨ 18 ਵਰਿਆਂ ਤੋੜੀ ਡਾਢਾ ਦੁੱਖ ਦਿੱਤਾ। ਅਤੇ ਅਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾ ਅਤੇ ਬੇਨਯਮੀਨ ਅਤੇ ਇਫਰਾਇਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਜੋ ਇਸਰਾਏਲੀ ਡਾਢੇ ਔਕੇ ਹੋਏ। ਤਦ ਇਸਰਾਏਲੀਆਂ ਨੇ ਯਹੋਵਾ ਅੱਗੇ ਚਿल्ला ਕੇ ਆਖਿਆ,
ਅਸਾਂ ਤੇਰਾ ਪਾਪ ਕੀਤਾ ਜੋ ਆਪਣੇ ਪਰਮੇਸ਼ਰ ਨੂੰ ਛੱਡ ਕੇ ਬਾਲਾਂ ਦੀ ਪੂਜਾ ਕੀਤੀ। ਅਤੇ ਯਹੋਵਾ ਨੇ ਇਸਰਾਏਲੀਆਂ ਨੂੰ ਆਖਿਆ, ਭਲਾ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅਮੋਨੀਆਂ ਅਤੇ ਫਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ? ਸਿਦੋਨੀਆਂ, ਅਮਲੇਕੀਆਂ ਅਤੇ ਮਾਉਨੀਆਂ ਨੇ ਵੀ ਤੁਹਾਨੂੰ ਉਕੀਆਂ ਕੀਤਾ ਔਰ ਤੁਸਾਂ ਮੇਰੇ ਅੱਗੇ ਦੁਹਾਈ ਦਿੱਤੀ, ਸੋ ਮੈਂ ਉਹਨਾਂ ਦੇ ਹੱਥੋਂ ਵੀ ਤੁਹਾਨੂੰ ਛੁਡਾਇਆ। ਤਾਂ ਵੀ ਤੁਸੀਂ ਮੈਨੂੰ ਛੱਡ ਕੇ ਉੱਪਰੀਆਂ ਦੇਵਤਿਆਂ ਦੀ ਪੂਜਾ ਕੀਤੀ। ਸੋ ਹੁਣ ਮੈਂ ਤੁਹਾਡੇ ਹੋਰ ਛੁਟਕਾਰਾ ਨਹੀਂ ਕਰਾਂਗਾ। ਤੁਸੀਂ ਜਾਓ ਅਤੇ ਉਹਨਾਂ ਦੇਵਤਿਆਂ ਅੱਗੇ ਚਿਲਾਓ ਜਿਨ੍ਹਾਂ ਨੂੰ ਤੁਸਾਂ ਮੰਨ ਲਿਆ ਹੈ, ਜੋ ਉਹ ਤੁਹਾਨੂੰ ਤੁਹਾਡੇ ਔਖੇ ਦੇ ਵੇਲੇ ਛੁਡਾਉਣ। ਫਿਰ ਇਸਰਾਏਲੀਆਂ ਨੇ ਯਹੋਵਾ ਨੂੰ ਆਖਿਆ, ਅਸਾਂ ਪਾਪ ਤਾਂ ਕੀਤਾ ਹੈ, ਪਰ ਜਿਹੜਾ ਤੇਰੇ ਵੇਖਣ ਵਿੱਚ ਚੰਗਾ ਦਿਸੇ ਉਹ ਸਾਡੇ ਨਾਲ ਕਰ, ਹੁਣ ਸਾਡਾ ਛੁਟਕਾਰਾ ਕਰ। ਤਾਂ ਉਹਨਾਂ ਨੇ ਉੱਪਰੀਆਂ ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਪ੍ਰਭੂ ਦੀ ਭਗਤੀ ਕੀਤੀ। ਤਾਂ ਉਹਦਾ ਜੀ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ। ਉਸ ਵੇਲੇ ਅਮੋਨੀ ਇਕੱਠੇ ਹੋਏ ਅਤੇ ਉਹਨਾਂ ਗਿਲਿਆਦ ਵਿੱਚ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਰਲ ਕੇ ਮਿਸਪਾ ਵਿੱਚ ਤੰਬੂ ਲਾਏ। ਤਾਂ ਗਿਲਿਆਦ ਦੀਆਂ ਲੋਕਾਂ ਅਤੇ ਸਰਦਾਰਾਂ ਨੇ ਆਪੋ ਵਿੱਚ ਆਖਿਆ, ਉਹ ਕਿਹੜਾ ਮਨੁੱਖ ਹੈ ਜੋ ਅਮੋਨੀਆਂ ਨਾਲ ਲੜਾਈ ਛੇੜੇਗਾ? ਉਹ ਸਾਰੇ ਗਿਲਿਆਦ ਦੇ ਵਾਸੀਆਂ ਦਾ ਪ੍ਰਮੁੱਖ ਬਣੇਗਾ। ਮਤੀ ਦੀ ਇੰਜੀਲ ਅਧਿਆਇ 20। ਸੁਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ, ਜਿਹੜਾ ਤੜਕੇ ਘਰੋਂ ਨਿਕਲਿਆ ਪਈ ਆਪਣੇ ਅੰਗੂਰੀ ਬਾਗ ਵਿੱਚ ਮਜ਼ਦੂਰ ਲਾਵੇ ਅਤੇ ਜਾਂ ਉਹਨੇ ਮਜ਼ਦੂਰਾਂ ਨਾਲ ਇੱਕ ਅਟਿਆਣੀ ਦਿਹਾੜੀ ਚੁਕਾ ਲਈ ਤਾਂ ਉਹਨਾਂ ਨੂੰ ਆਪਣੇ ਬਾਗ ਵਿੱਚ ਘੱਲ ਦਿੱਤਾ। ਅਤੇ ਪਹਿਰਕ ਦਿਨ ਛੜੇ ਬਾਹਰ ਜਾ ਕੇ ਉਹਨੇ ਹੋਰਨਾਂ ਨੂੰ ਬਾਜ਼ਾਰ ਵਿੱਚ ਵੇਲੇ ਖੜੇ ਵੇਖਿਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਵੀ ਬਾਗ ਵਿੱਚ ਜਾਓ ਔਰ ਜੋ ਹੱਕ ਹੋਵੇਗਾ ਸੋ ਤੁਹਾਨੂੰ ਦਿਆਂਗਾ। ਅਤੇ ਉਹ ਗਏ। ਫਿਰ ਦੁਪਹਿਰ ਔਰ ਦਿਹੇ ਪਹਿਰ ਦੇ ਲਗਭਗ ਬਾਹਰ ਜਾ ਕੇ ਉਹਨੇ ਉਸੇ ਤਰ੍ਹਾਂ ਕੀਤਾ ਔਰ ਘੰਟਾ ਕੁ ਦਿਨ ਰਹਿੰਦੇ ਬਾਹਰ ਜਾ ਕੇ ਉਹਨੇ ਹੋਰਨਾਂ ਨੂੰ ਖੜੇ ਵੇਖਿਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਇੱਥੇ ਸਾਰਾ ਦਿਨ ਕਿਉਂ ਵੇਲੇ ਖੜੇ ਰਹੇ? ਉਹਨਾਂ ਨੇ ਉਸ ਨੂੰ ਕਿਹਾ, ਇਸ ਲਈ ਜੋ ਕਿੰਨੇ ਸਾਨੂੰ ਦਿਹਾੜੀ ਨਾ ਲਾਇਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਵੀ ਬਾਗ ਵਿੱਚ ਜਾਓ। ਅਤੇ ਜਾ ਸੰਝ ਹੋਈ ਬਾਗ ਦੇ ਮਾਲਕ ਨੇ ਆਪਣੇ ਮੁਖਤਿਆਰ ਨੂੰ ਆਖਿਆ, ਭਾਈ ਮਜ਼ਦੂਰਾਂ ਨੂੰ ਸੱਦ ਔਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਹਨਾਂ ਨੂੰ ਮਜ਼ਦੂਰੀ ਦੇ। ਅਤੇ ਜਾਂ ਉਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲੱਗੇ ਸਨ ਤਾਂ ਉਹਨਾਂ ਨੂੰ ਵੀ ਇੱਕ ਅਟਿਆਣੀ ਮਿਲੀ। ਅਤੇ ਜਾਂ ਪਹਿਲੇ ਆਏ ਉਹਨਾਂ ਇਹ ਸਮਝਿਆ ਪਈ ਸਾਨੂੰ ਕੁਝ ਵੱਧ ਮਿਲੋ ਅਤੇ ਉਹਨਾਂ ਨੂੰ ਵੀ ਇੱਕੋ ਅਟਿਆਣੀ ਮਿਲੀ। ਪਰ ਉਹ ਇਹ ਲੈ ਕੇ ਘਰ ਦੇ ਮਾਲਕ ਉੱਤੇ ਕੁੜਨ ਲੱਗੇ ਅਤੇ ਬੋਲੇ, ਜੋ ਇਹਨਾਂ ਪਿਛਲਿਆਂ ਨੇ ਇੱਕੋ ਘੜੀ ਕੰਮ ਕੀਤਾ ਔਰ ਤੇ ਇਹਨਾਂ ਨੂੰ ਸਾਡੇ ਬਰਾਬਰ ਕਰ ਦਿੱਤਾ, ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ। ਤਦ ਉਸਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ਭਈ ਮੈਂ ਤੇਰੇ ਉੱਤੇ ਕੁਝ ਬੇਇਨਸਾਫੀ ਨਹੀਂ ਕਰਦਾ। ਭਲਾ ਤੇ ਮੇਰੇ ਨਾਲ ਇੱਕ ਅਟਿਆਣੀ ਨਹੀਂ ਚੁਕਾਈ ਸੀ? ਤੂੰ ਆਪਣਾ ਲੈ ਕੇ ਚਲਿਆ ਜਾ। ਪਰ ਮੇਰੀ ਮਰਜ਼ੀ ਹੈ ਕਿ ਜਿੰਨਾ ਤੈਨੂੰ ਦਿੱਤਾ ਉਨਾ ਹੀ ਇਸ ਪਿਛਲੇ ਨੂੰ ਵੀ ਦਿਆਂ। ਭਲਾ ਮੇਰਾ ਇਖਤਿਆਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ? ਕਿ ਤੂੰ ਇਸ ਲਈ ਬੁਰੀ ਨਜ਼ਰ ਵੇਖਦਾ ਹੈ ਜੋ ਮੈਂ ਭਲਾ ਹਾਂ? ਇਸੇ ਤਰ੍ਹਾਂ ਪਿਛਲੇ ਪਹਿਲੇ ਹੋਣਗੇ ਅਤੇ ਪਹਿਲੇ ਪਿਛਲੇ। ਜਾਂ ਯਿਸੂ ਯਰੂਸ਼ਲਮ ਨੂੰ ਜਾਂਦਾ ਸੀ ਤਾਂ 12 ਚੇਲਿਆਂ ਨੂੰ ਅਲੱਗ ਕਰਕੇ ਰਾਹ ਵਿੱਚ ਉਹਨਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਔਰ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਤੇ ਉਸ ਨੂੰ ਠੱਠਾ ਕਰਨ ਅਤੇ ਕੋਰਡੇ ਮਾਰਨ ਅਤੇ ਸਲੀਬ ਉੱਤੇ ਚੜਾਉਣ ਲਈ
ਪਰਾਈਆਂ ਕੌਮਾਂ ਦੇ ਹੱਥ ਫੜਵਾ ਦੇਣਗੇ ਅਤੇ ਉਹ 30 ਦਿਨ ਫਿਰ ਜਿਵਾਲਿਆ ਜਾਵੇਗਾ। ਤਦ ਜਬਦੀ ਦੇ ਪੁੱਤਰ ਦੀ ਮਾਤਾ ਆਪਣੇ ਪੁੱਤਰਾਂ ਸਣੇ ਉਸ ਦੇ ਕੋਲ ਆਈ ਅਤੇ ਮੱਥਾ ਟੇਕ ਕੇ ਉਸ ਅੱਗੇ ਇੱਕ ਅਰਜ਼ ਕਰਨ ਲੱਗੀ। ਸੋ ਉਸਨੇ ਉਹਨੂੰ ਆਖਿਆ, ਤੂੰ ਕੀ ਚਾਹੁੰਦੀ ਹੈ? ਉਹਨੇ ਉਸਨੂੰ ਕਿਹਾ, ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ। ਪਰ ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਉਹ ਪਿਆਲਾ ਜਿਹੜਾ ਮੈਂ ਪੀਣ ਨੂੰ ਹਾਂ, ਕੀ ਤੁਸੀਂ ਪੀ ਸਕਦੇ ਹੋ? ਉਹਨਾਂ ਉਸਨੂੰ ਆਖਿਆ, ਅਸੀਂ ਪੀ ਸਕਦੇ ਹਾਂ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਤਾਂ ਮੇਰਾ ਪਿਆਲਾ ਜ਼ਰੂਰ ਪੀਓਗੇ, ਪਰ ਸੱਜੇ ਖੱਬੇ ਬਿਠਾਲਣਾ ਮੇਰਾ ਕੰਮ ਨਹੀਂ, ਪਰ ਉਹਨਾਂ ਲਈ ਹੈ ਜਿਨ੍ਹਾਂ ਲਈ ਮੇਰਾ ਪਿਤਾ ਨੇ ਉਹਨੂੰ ਤਿਆਰ ਕੀਤਾ ਹੈ। ਅਤੇ ਜਾਂ 10 ਨੇ ਇਹ ਸੁਣਿਆ ਤਾਂ ਉਹਨਾਂ ਦੋਹਾਂ ਭਰਾਵਾਂ ਉੱਤੇ ਖਿੱਚ ਗਏ। ਤਦ ਯਿਸੂ ਨੇ ਉਹਨਾਂ ਨੂੰ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਜੋ ਪਰਾਈਆਂ ਕੌਮਾਂ ਦੇ ਸਰਦਾਰ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਹਨਾਂ ਉੱਤੇ ਟੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਪਹਿਲਵਾ ਹੋਵੇ, ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਖਾਮਾ ਹੋਵੇ। ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਤਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਜਦ ਉਹ ਯਰੀਹੋ ਤੋਂ ਨਿਕਲਦੇ ਸਨ ਤਦ ਵੱਡੀ ਭੀੜ ਉਹਦੇ ਪਿੱਛੇ ਹੋ ਤੁਰੀ। ਅਤੇ ਵੇਖੋ ਕਿ 2 ਅੰਨੇ ਜਿਹੜੇ ਸੜਕ ਦੇ ਕੰਢੇ ਬੈਠੇ ਸਨ, ਜਾਂ ਇਹ ਸੁਣਿਆ ਜੋ ਯਿਸੂ ਲੰਘਿਆ ਜਾਂਦਾ ਹੈ, ਉੱਚੀ ਦੇ ਕੇ ਬੋਲੇ, ਹੇ ਪ੍ਰਭੂ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਅਤੇ ਭੀੜ ਨੇ ਉਹਨਾਂ ਨੂੰ ਝਿੜਕਿਆ, ਭਈ ਚੁੱਪ ਕਰ ਜਾਣ। ਪਰ ਉਹ ਹੋਰ ਵੀ ਉੱਚੀ ਦੇ ਕੇ ਬੋਲੇ, ਹੇ ਪ੍ਰਭੂ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਤਦ ਯਿਸੂ ਨੇ ਖੜਾ ਹੋ ਕੇ ਉਹਨਾਂ ਨੂੰ ਸੱਦਿਆ ਅਤੇ ਕਿਹਾ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਉਹਨਾਂ ਉਸ ਨੂੰ ਆਖਿਆ, ਪ੍ਰਭੂ ਜੀ ਸਾਡੀਆਂ ਅੱਖਾਂ ਖੁੱਲ ਜਾਣ। ਅਤੇ ਯਿਸੂ ਨੇ ਤਰਸ ਖਾ ਕੇ ਉਹਨਾਂ ਦੀਆਂ ਅੱਖਾਂ ਨੂੰ ਛੋਇਆ ਔਰ ਉਹ ਛੱਟ ਸੁਜਾ ਕੇ ਹੋ ਗਏ ਅਤੇ ਉਹਦੇ ਮਗਰ ਤੁਰ ਪਏ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ। ਉਤਪਤੀ ਦੀ ਕਿਤਾਬ ਅਧਿਆਇ 19, ਇਸ ਵਿੱਚ ਆਪਾਂ ਵੇਖਦੇ ਹਾਂ ਯਹੋਵਾ ਪਰਮੇਸ਼ਰ ਦੇ ਭੇਜੇ ਹੋਏ 2 ਦੂਤ ਸਦਮ ਅਮਰਾ ਦੇ ਵਿੱਚ ਆਉਂਦੇ ਅਤੇ ਉੱਤੇ ਉਹ ਲੂਤ ਨੂੰ ਮਿਲਦੇ। ਉਸ ਲੂਤ ਉਹਨਾਂ ਨੂੰ ਆਪਣੇ ਘਰ ਸੱਦ ਕੇ ਉਹਨਾਂ ਦੀ ਟਹਿਲ ਸੇਵਾ ਕਰਦਾ। ਉਹ ਦੂਤ ਇਸ ਸਦਮ ਅਮਰਾ ਦੀ ਪਾਪਾਂ ਦੇ ਕਾਰਨ ਨਾਸ ਕਰਨ ਲਈ ਆਏ। ਇਹ ਗੱਲ ਉੱਤੇ ਲੂਤ ਦੇ ਸਨਮੁਖ ਪ੍ਰਗਟ ਹੁੰਦੀ ਹੈ। ਸੋ ਲੂਤ ਨੂੰ ਦੂਤ ਚੇਤੀ ਕਰਦੇ ਤਾਂ ਕਿ ਉਹ ਉਸ ਥਾਂ ਤੋਂ ਨਿਕਲੇ, ਪਰ ਉਹ ਢਿੱਲਾ ਕਰਦਾ ਸੀ। ਉਦੋਂ ਦੂਤ ਲੂਤ ਦੀ ਪਤਨੀ ਦੇ ਅਤੇ ਉਹਨਾਂ ਦੇ ਬੱਚਿਆਂ ਦੇ ਹੱਥ ਫੜ ਕੇ ਲੈ ਜਾ ਕੇ ਉਹਨਾਂ ਨੂੰ ਉਸ ਵਿਪਤਾ ਤੋਂ ਬਚਾਉਂਦਾ ਹੋਇਆ ਵੇਖਦੇ ਹਾਂ। ਪਰ ਲੂਤ ਉਰੇ ਉਸ ਦੂਤ ਨੂੰ ਆਖਦਾ ਹੈ ਕਿ ਜੇ ਮੈਂ ਪਹਾੜ ਤੱਕ ਭੱਜ ਜਾਵਾਂ ਤਾਂ ਉੱਤੇ ਮੇਰੇ ਨਾਸ ਆਊਗੀ। ਉਹ ਉਸ ਦੂਤਾਂ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਕਰਦਾ। ਪ੍ਰਭੂ ਜਦ ਲੂਤ ਨੂੰ ਬਚਾਉਂਦਾ ਥੋੜੀ ਮਰਨ ਵਾਸਤੇ ਬਚਾਊਗਾ, ਜੇ ਨਾਸ ਕਰਨਾ ਤਾਂ ਉਸ ਨੂੰ ਉੱਤੇ ਹੀ ਨਾਸ ਕਰ ਸਕਦਾ ਸੀ। ਪਰ ਉਹ ਦੂਤ ਦੀ ਗੱਲਾਂ ਨੂੰ ਉਹ ਸਮਝ ਨਹੀਂ ਪਾਉਂਦਾ। ਫਿਰ ਉਹ ਕਹਿੰਦਾ, ਮੈਨੂੰ ਉਸ ਸੋਵਰ ਤੱਕ ਪਹੁੰਚਣ ਦੀ ਆਗਿਆ ਦੇ ਅਤੇ ਤੁਸੀਂ ਉਸ ਸੋਵਰ ਨੂੰ ਨਾਸ ਨਾ ਕਰੋ, ਜਾ ਕੇ ਮੈਂ ਉਸ ਸ਼ਹਿਰ ਵਿੱਚ ਜਾ ਕੇ ਵਸਾਂ। ਫਿਰ ਦੂਤ ਕਹਿੰਦੇ, ਤੇਰੇ ਆਖੇ ਅਨੁਸਾਰ ਤੂੰ ਉੱਤੇ ਭੱਜ ਜਾ। ਲੂਤ ਸੋਵਰ ਵੱਲ ਭੱਜਦਾ। ਜਦ ਉਹ ਭੱਜਦਾ, ਉਹਦੀ ਪਤਨੀ ਜੋ ਹੈ ਅੰਨ ਉੱਤੇ ਧਿਆਨ ਦੇ ਕੇ ਪਿੱਛੇ ਮੁੜ ਕੇ ਦੇਖ ਕੇ ਉਹ ਨੂਣ ਦੀ ਥੰਮ ਬਣ ਜਾਂਦੀ।
ਸੋਵਰ ਵੱਲ ਜਾਂਦੇ ਜਾਂਦੇ ਵੀ ਉਹਦਾ ਮਨ ਇਹੋ ਜਿਹੀ ਆਪਣੀ ਜਾਨ ਲਈ ਘਬਰਾਉਂਦਾ ਤਾਂ ਉਹ ਸੋਚਦਾ ਮੈਂ ਸੋਵਰ 'ਚ ਨਾ ਰਹਾ, ਮੈਂ ਉਸ ਪਹਾੜ ਵੱਲ, ਜਿਸ ਪਹਾੜ ਵੱਲ ਮੈਨੂੰ ਉਸ ਦੂਤਾਂ ਨੇ ਆਗਿਆ ਦਿੱਤੀ ਸੀ ਉੱਤੇ ਜਾਵਾਂ, ਤਾਂ ਆਪਣੀ ਜਾਨ ਬਚਾਉਣ ਵਾਸਤੇ ਉਹ ਉੱਤੇ ਜਾ ਕੇ ਵਸਦਾ। ਉਰੇ ਆਪਾਂ ਇੱਕ ਗੱਲ ਵੇਖਦੇ ਹਾਂ, ਲੂਤ ਕਈ ਪ੍ਰਕਾਰ ਆਪਣੇ ਮਨ ਦੇ ਵਿੱਚ ਸੋਚਦਾ, ਆਖਰੀ ਦੇ ਵਿੱਚ ਉਹਦਾ ਟਿਕਾਣਾ ਉਹੀ ਬਣਦੀ ਹੈ ਜਿੱਥੇ ਦੂਤ ਨੇ ਅਗਵਾਈ ਕੀਤੀ ਹੈ। ਸੋਚਦੇ ਹਾਂ ਮੈਂ ਉੱਤੇ ਜਾਵਾਂਗਾ ਤਾਂ ਬਚ ਜਾਵਾਂਗਾ ਜਾਂ ਇੱਥੇ ਜਾਵਾਂਗਾ ਤਾਂ ਬਚ ਜਾਵਾਂਗਾ, ਪਰ ਜਦ ਬਚਾਉਣ ਵਾਲਾ ਪ੍ਰਭੂ ਪਰਮੇਸ਼ਰ ਤੁਹਾਡੇ ਨਾਲ ਹੋਵੇ ਤਾਂ ਉਹੀ ਤੁਹਾਨੂੰ ਬਚਾ ਸਕਦਾ ਹੈ। ਇੱਥੇ ਆਪਾਂ ਵੇਖਦੇ ਹਾਂ ਲੂਤ ਦੇ ਦੋ ਧੀਆਂ ਸਦਮ ਅਮਰਾ ਦੇ ਵਿੱਚ ਰਹਿ ਕੇ ਪਾਪ ਦੇ ਪ੍ਰਤੀ ਕੋਈ ਜਾਣਕਾਰੀ ਨਹੀਂ ਹੁੰਦਾ, ਉਹ ਵੀ ਉਹਨਾਂ ਲੋਕਾਂ ਵਾਂਗੂ ਹੀ ਸੋਚਦੇ ਸੀ। ਸੋ ਪ੍ਰਭੂ ਦੇ ਪਿਆਰਿਓ, ਜਿਸ ਮਾਹੌਲ ਦੇ ਵਿੱਚ ਰਹਿੰਦੇ ਹਾਂ, ਹੌਲੀ ਹੌਲੀ ਆਪਾਂ ਵੀ ਉਸ ਮਾਹੌਲ ਦੇ ਲਾਇਕ ਬਣ ਜਾਂਦੇ ਹਾਂ, ਕੁਝ ਅਲੱਗ ਪ੍ਰਕਾਰ ਰਹਿਣ ਦਾ ਕੋਸ਼ਿਸ਼ ਨਹੀਂ ਕਰਦੇ ਹਾਂ ਆ ਪਈਏ। ਇਸੇ ਪ੍ਰਕਾਰ ਆਪਾਂ ਵੇਖੀਏ ਨਿਆਂਇਆਂ ਦੀ ਪੋਥੀ ਅਧਿਆਇ 9, ਇਸ ਵਿੱਚ ਆਪਾਂ ਵੇਖਦੇ ਹਾਂ ਕਿ ਗਿਦੌਨ ਦੇ 70 ਬੱਚਿਆਂ ਨੂੰ ਅਬੀਮੇਲਕ ਨਾਮ ਦੇ ਇੱਕ ਬੱਚਾ, ਉਹ ਵੀ ਗਿਦੌਨ ਦਾ ਹੀ ਬੱਚਾ ਹੈ, ਫਿਰ ਵੀ ਉਹ ਆਪਣੇ 70 ਭਰਾਵਾਂ ਨੂੰ ਮਾਰ ਕੇ ਉਹ ਇਸਰਾਏਲ ਨੂੰ ਨਿਆਂ ਕਰਨ ਵਾਸਤੇ ਉਸ ਨਿਆਂਈ ਸਥਾਨ ਦੇ ਵਿੱਚ ਆ ਬੈਠਦਾ, ਤੇ ਉਸ ਵਿੱਚ ਇੱਕ ਬੱਚਾ ਜਿਹੜਾ ਗਿਦੌਨ ਦਾ ਸੀ, ਯੋਦਾਮ ਨਾਮ ਦਾ ਸੀ, ਬਚ ਜਾਂਦਾ। ਉਹ ਜਿਹੜੇ ਇਸਰਾਏਲ ਲੋਕ ਅਬੀਮੇਲਕ ਨਾਲ ਮਿਲ ਕੇ ਆਪਣੇ ਪਿਓ ਦੇ ਟੱਬਰ ਲਈ ਜੋ ਕੀਤਾ ਸੀ, ਉਸ ਦੇ ਕਾਰਨ ਇਸਰਾਏਲੀਆਂ ਨੂੰ ਅਤੇ ਅਬੀਮੇਲਕ ਨੂੰ ਸਰਾਪ ਦਿੰਦਾ। ਉਹ ਸਰਾਪ ਇੱਥੇ ਆਖਰੀ ਦੇ ਵਿੱਚ ਪੂਰਾ ਹੁੰਦਾ ਹੋਇਆ ਆਪਾਂ ਵੇਖਦੇ ਹਾਂ। ਪ੍ਰਭੂ ਦੇ ਪਿਆਰਿਓ, ਗਿਦੌਨ ਆਖਰੀ ਤੱਕ ਪਰਮੇਸ਼ਰ ਦੇ ਸਨਮੁਖ ਵਫਾਦਾਰ ਬਣ ਕੇ ਨਹੀਂ ਰਹਾ, ਫਿਰ ਵੀ ਗਿਦੌਨ ਇਸਰਾਏਲੀਆਂ ਲਈ ਚੰਗਾ ਕੰਮ ਕੀਤਾ ਹੈ, ਪਰ ਇਸਰਾਏਲੀ ਉਹਦੇ ਕੀਤੇ ਹੋਏ ਭਲਾਈ ਨੂੰ ਭੁੱਲ ਕੇ ਅਬੀਮੇਲਕ ਨਾਲ ਮਿਲ ਕੇ ਗਿਦੌਨ ਦੇ ਪੂਰੇ ਟੱਬਰ ਨੂੰ ਉਹ ਮਾਰ ਦਿੰਦੇ। ਸੋ ਉਸ ਗੱਲ ਦੇ ਕਾਰਨ ਪਰਮੇਸ਼ਰ ਨਿਰਾਸ਼ ਹੁੰਦਾ ਅਤੇ ਉਸ ਕਾਰਨ ਹੀ ਯੋਦਾਮ ਦੇ ਸਰਾਪ ਨੂੰ ਇਸ ਅਧਿਆਇ ਦੇ ਆਖਰੀ ਦੇ ਵਿੱਚ ਪੂਰਾ ਕਰਦਾ ਹੋਇਆ ਵੇਖਦੇ ਹਾਂ। ਸ਼ਾਇਦ ਪਰਮੇਸ਼ਰ ਗਿਦੌਨ ਨਾਲ ਨਿਰਾਸ਼ ਹੋਇਆ, ਪਰ ਪਰਮੇਸ਼ਰ ਗਿਦੌਨ ਦੇ ਟੱਬਰ ਨੂੰ ਕੋਈ ਔਰ, ਉਹ ਵੀ ਜਿਹੜੇ ਉਹਦੇ ਹੱਥੋਂ ਭਲਾਈ ਪਾਏ, ਉਹੀ ਉਹਨਾਂ ਨੂੰ ਨਾਸ਼ ਕੀਤਾ। ਉਸ ਗੱਲ ਤੋਂ ਪਰਮੇਸ਼ਰ ਨਿਰਾਸ਼ ਹੋਏ। ਆਪਾਂ ਕਈ ਵਾਰ ਸੋਚਦੇ ਹਾਂ ਬੁਰੇ ਬੰਦੇ ਦੀ ਬੁਰੀਾਈ ਕਰੇ ਤਾਂ ਪਰਮੇਸ਼ਰ ਆਪਣੇ ਨਾਲ ਖੁਸ਼ ਹੋਵੇਗਾ। ਨਹੀਂ ਪ੍ਰਭੂ ਦੇ ਪਿਆਰਿਓ, ਕਿਉਂਕਿ ਆਪਣੀ ਕਰਨੀ ਅਨੁਸਾਰ ਹਰ ਕੋਈ ਪ੍ਰਭੂ ਵੱਲੋਂ ਬਰਕਤਾਂ ਨੂੰ ਸਰਾਪ ਨੂੰ ਪਾਉਂਦਾ ਹੈਗਾ। ਸੋ ਆਪਣੀ ਕਰਨੀ ਅਨੁਸਾਰ ਆਪਾਂ ਨੂੰ ਭਰਨੀ ਵੀ ਪਵੇਗਾ। ਇਹ ਨਿਆਂਇਆਂ ਦੀ ਪੋਥੀ ਅਧਿਆਇ 10। ਫਿਰ ਇਸਰਾਏਲੀ ਪਰਮੇਸ਼ਰ ਦੇ ਖਿਲਾਫ ਪਾਪ ਕਰਦੇ ਔਰ ਬਹੁਤ ਸਾਰੀਆਂ ਅਸਤਰੋਤਾਂ ਦੇ ਬਾਲ ਦੇਵਤਿਆਂ ਦੇ ਮੁੜ ਕੇ ਉਹ ਪੂਜਾ ਕਰਦੇ। ਪਰਮੇਸ਼ਰ ਇਹਨਾਂ ਦੇ ਕਾਰਨ ਬਹੁਤ ਔਖਾ ਹੋ ਜਾਂਦਾ ਤੇ ਕਹਿੰਦਾ ਕਿ ਤੁਸੀਂ ਬਾਰ-ਬਾਰ ਮੈਥੋਂ ਦੂਰ ਹੋ ਜਾਣੇ ਹੋ ਤਾਂ ਮੈਂ ਤੁਹਾਨੂੰ ਵੀ ਛੱਡ ਦੇਵਾਂਗਾ, ਮੈਂ ਤੁਹਾਨੂੰ ਦਬਾਊਂਗਾ ਅਤੇ ਉਹਨਾਂ ਦੇ ਹੀ ਹੱਥਾਂ ਵਿੱਚ ਮੈਂ ਤੁਹਾਨੂੰ ਵੇਚ ਦੇਵਾਂਗਾ ਕਹਿ ਕੇ ਉਹਨਾਂ ਨੂੰ ਵੇਚ ਦਿੰਦਾ। ਤਾਂ ਲੋਕ ਔਖੇ ਹੋ ਜਾਂਦੇ, ਫਿਰ ਪ੍ਰਭੂ ਨੂੰ ਪੁਕਾਰਦੇ। ਪ੍ਰਭੂ ਕਹਿੰਦਾ ਇੱਥੇ ਕੇ ਬਾਰੇ ਮੈਂ ਤੁਹਾਨੂੰ ਨਾ ਬਚਾਉਂਦਾ। ਫਿਰ ਲੋਕ ਮਨ ਫੇਰ ਕੇ ਪ੍ਰਭੂ ਦੇ ਅੱਗੇ ਦੁਆ ਕਰਦੇ, ਅਸੀਂ ਤਾਂ ਪਾਪ ਕੀਤੇ ਆ, ਫਿਰ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹੀ ਸਾਡੇ ਨਾਲ ਕਰ ਕਹਿ ਕੇ ਦੁਆ ਕਰਦੇ। ਫਿਰ ਪਰਮੇਸ਼ਰ ਉਹਨਾਂ ਦੇ ਔਕਾਤ ਨੂੰ ਵੇਖ ਕੇ ਆਪ ਤਰਸ ਖਾ ਕੇ ਕਹਿੰਦਾ ਮੈਂ ਤੁਹਾਨੂੰ ਬਚਾਵਾਂਗਾ। ਫਿਰ ਉਹਨਾਂ ਲਈ ਉਹ ਨਿਆਂ ਨੂੰ ਖੜਾ ਕਰਦਾ, ਉਹ ਉਹਨਾਂ ਨੂੰ ਬਚਾਉਂਦਾ। ਇਸੇ ਪ੍ਰਕਾਰ ਆਪਾਂ ਵੇਖਦੇ ਹਾਂ ਮਤੀ ਦੀ ਇੰਜੀਲ ਅਧਿਆਇ 20। ਇਸ ਅਧਿਆਇ ਦੇ ਵਿੱਚ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਇੱਕ ਮਜ਼ਦੂਰਾਂ ਦੀ ਦ੍ਰਿਸ਼ਟਾਂਤ ਨੂੰ ਆਪਣੇ ਚੇਲਿਆਂ ਦੇ ਅੱਗੇ ਰੱਖਦਾ ਅਤੇ ਆਖਦਾ ਹੈ ਕਿ ਕਾਮਾ ਆਪਣੇ ਮਜ਼ਦੂਰ ਦਾ ਹੱਕਦਾਰ ਹੈ, ਉਸੇ ਪ੍ਰਕਾਰ ਮਾਲਿਕ ਵੀ ਆਪਣੇ ਤਨ ਦਾ ਹੱਕਦਾਰ ਹੈ। ਪ੍ਰਭੂ ਦੇ ਪਿਆਰਿਓ, ਪ੍ਰਭੂ ਕਹਿੰਦਾ ਕਿ ਜਿਹੜਾ ਪਹਿਲੇ ਆ ਕੇ ਮੇਰੇ ਨਾਲ
ਨਾਲ ਦਿਨ ਦਾ ਧੁੱਪ ਸਹਿ ਕੇ ਔਖਾ ਹੋ ਕੇ ਮੇਰੇ ਨਾਲ ਮੇਰੇ ਬਾਗ ਦੇ ਵਿੱਚ ਸੇਵਾ ਕੀਤਾ, ਉਸ ਨਾਲੋਂ ਜਿਹੜਾ ਮੇਰੇ ਲਈ ਮੇਰੇ ਆਉਣ ਲਈ ਆਖਰੀ ਤੱਕ ਉਡੀਕਦਾ ਰਹਿੰਦਾ ਹੈ, ਉਹਦਾ ਕਦਰ ਕਰਨਾ ਮੈਂ ਚਾਹੁੰਦਾ ਹਾਂ। ਹਾਂ ਪ੍ਰਭੂ ਦੇ ਪਿਆਰਿਓ, ਪ੍ਰਭੂ ਕਹਿੰਦਾ ਜਿਹੜਾ ਪਹਿਲਾ ਆਇਆ ਉਹ ਵੀ ਮੇਰੇ ਕੋਲੋਂ ਫਲ ਪਾਵੇਗਾ, ਜਿਹੜਾ ਪਿੱਛੇ ਆਇਆ ਉਹ ਵੀ ਮੇਰੇ ਕੋਲੋਂ ਫਲ ਪਾਏਗਾ, ਕਿਉਂਕਿ ਮੈਨੂੰ ਹੱਕ ਹੈ ਮੈਂ ਕਿਹਨੂੰ ਕੀ ਦੇਵਾਂ। ਇਸ ਦ੍ਰਿਸ਼ਟਾਂਤ ਨੂੰ ਤਾਂ ਪ੍ਰਭੂ ਯਿਸੂ ਮਸੀਹ ਆਖਦਾ ਹੈ ਕਿ ਮੇਰੇ ਤਨ ਨੂੰ ਇਸਤੇਮਾਲ ਕਰਨ ਦਾ ਹੱਕ ਮੈਨੂੰ ਹੀ ਹੈ। ਇਸੇ ਪ੍ਰਕਾਰ ਆਪਾਂ ਵੇਖਦੇ ਹਾਂ ਇਸ ਅਧਿਆਇ ਦੇ ਵਿੱਚ ਪ੍ਰਭੂ ਕਹਿੰਦਾ ਜਿਸ ਪ੍ਰਕਾਰ ਮੈਂ ਟਹਿਲ ਕਰਨ ਵਾਸਤੇ ਆਇਆ, ਤੁਸੀਂ ਵੀ ਇਸ ਦੁਨੀਆ ਦੇ ਵਿੱਚ ਟਹਿਲ ਕਰੋ। ਸੋ ਇਸ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਇੱਕ ਗੱਲ ਵੇਖਦੇ ਹਾਂ, ਪ੍ਰਭੂ ਪਰਮੇਸ਼ਰ ਬਾਰ-ਬਾਰ ਫਿਰਨ ਵਾਲਿਆਂ ਨੂੰ ਵੀ ਆਪਣੇ ਨਾਲ ਆਪਣੇ ਗਲੇ ਵਿੱਚ ਲਾਵੇਗਾ। ਜਿਹੜਾ ਪਾਪ ਪ੍ਰਭੂ ਕਿਨ ਕਰਦਾ ਹੈ ਉਸ ਦੇ ਕਾਰਨ ਆਪਾਂ ਸਜ਼ਾ ਨੂੰ ਭੋਗਦੇ ਹਾਂ। ਸੋ ਆਪਾਂ ਉਹਨਾਂ ਸਾਰੀਆਂ ਪਾਪਾਂ ਤੋਂ ਹਮੇਸ਼ਾ ਪਰੇ ਰਹਿਣਾ, ਕਦੇ ਵੀ ਆਪਾਂ ਬੁਰੇ ਬੰਦੇ ਲਈ ਵੀ ਬੁਰੀਆਈ ਕਦੇ ਨਹੀਂ ਕਰਨਾ ਅਤੇ ਪਾਪ ਵੱਲ ਆਪਾਂ ਮੁੜ ਕੇ ਨਹੀਂ ਵੇਖਣਾ। ਇਸ ਵਿੱਚ ਠਹਿਰ ਕੇ ਰਹਿ ਕੇ ਪ੍ਰਭੂ ਦੀ ਮਹਿਮਾ ਕਰਨਾ ਹੀ ਆਪਣੇ ਲਈ ਦਿੱਤੀ ਹੋਈ ਬਹੁਤ ਵੱਡੀ ਸੇਵਾ ਹੈ। ਇਸ ਨੂੰ ਕਰਕੇ ਪ੍ਰਭੂ ਵੱਲੋਂ ਆਸੀਸਾਂ ਤੇ ਬਰਕਤਾਂ ਨੂੰ ਪਾਵਾਂਗੇ। ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। God bless you.